ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਅਮਰਜੀਤ ਕੌਰ, ਜੋ ਕਿ ਪੰਜਾਬ ਦੇ ਜਨਰਲ ਸਕੱਤਰ ਏਟਕ ਦੇ ਜਨਰਲ ਸਕੱਤਰ ਨੇ। ਬਹੁਤ ਵੱਡੀ ਸੰਖਿਆ ਦੇ ਵਿੱਚ ਆਪਣੇ ਸਮਰਥਕਾਂ ਨੂੰ, ਆਪਣੇ ਜਿਹੜੀ ਜਥੇਬੰਦੀਆਂ ਉਹਨੂੰ ਲੈ ਕੇ ਆਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਅੱਜ ਸ਼ਮੂਲੀਅਤ ਕੀਤੀ ਆ, ਬਹੁਤ ਸਮਰਥਕ ਆਏ ਆ ਤੁਹਾਡੇ ਇਸ ਅੰਦੋਲਨ ਨੂੰ ਆਪਣਾ ਹੌਸਲਾ ਅਫਜ਼ਾਈ ਕਰਨ ਲਈ। ਕੀ ਕਹਿਣਾ ਚਾਹੁੰਦੇ ਹੋ, ਤੁਹਾਡੇ ਕੀ ਵਿਚਾਰ ਨੇ? ਪਹਿਲੀ ਗੱਲ ਮੈਂ ਇਹ ਦੱਸਾਂਗੀ ਕਿ ਮੈਂ ਏਟਕ ਦੀ ਆਲ ਇੰਡੀਆ ਦੀ ਜਨਰਲ ਸਕੱਤਰ ਹਾਂ ਤੇ ਹਰ ਸਟੇਟ ਦੀ ਸਾਡੀ ਏਟਕ ਦੀ ਜਿਹੜੀ ਕਮੇਟੀ ਹੈ ਉਹਦੇ ਵੱਲੋਂ ਪ੍ਰੋਗਰਾਮਸ ਹੋ ਰਹੇ ਨੇ। ਅੱਜ ਅਸੀਂ ਪੰਜਾਬ ਸਟੇਟ ਨੂੰ ਇਕੱਠਿਆਂ ਇੱਥੇ ਲੈ ਕੇ ਆਏ ਹਾਂ। ਉਹਦੇ ਬਾਅਦ ਅਸੀਂ ਹੋਰ ਸਟੇਟਾਂ ਦੇ ਵੀ ਵਰਕਰਸ ਨੂੰ ਇਕੱਠਾ ਕਰਕੇ ਏਟਕ ਯੂਨੀਅਨਾਂ ਵੱਲੋਂ ਆਵਾਂਗੇ ਤੇ ਪੂਰੇ ਭਾਰਤ 'ਚ ਅੰਦੋਲਨ ਤੇ ਚੱਲ ਰਿਹਾ, ਪਰ ਇੱਥੇ ਬਾਰਡਰ ਤੇ ਪਹੁੰਚਣਾ ਔਰ ਫਿਰ ਆਪਣੀ ਇਕਜੁੱਟਤਾ ਦੇਣਾ ਉਹ ਅਸੀਂ ਸਮਝ ਰਹੇ ਹਾਂ ਕਿ ਜ਼ਰੂਰੀ ਹੈ। ਅੱਜ ਅਸੀਂ ਪੰਜਾਬ ਦੇ ਸਾਥੀਆਂ ਨੂੰ ਲੈ ਕੇ ਇੱਥੇ ਪਹੁੰਚੇ ਹਾਂ। 2000 ਤੋਂ ਵੀ ਜ਼ਿਆਦਾ ਗਿਣਤੀ 'ਚ ਸਾਡੀਆਂ ਵੂਮਨ ਵਰਕਰਸ ਵੀ ਨੇ, ਸਾਡੇ ਯੰਗ ਵਰਕਰਸ ਵੀ ਨੇ ਔਰ ਵਿੱਚ ਸਾਨੂੰ ਸਟੂਡੈਂਟਸ ਯੂਥ ਦਾ AISF AIYF ਦਾ ਵੀ ਅੱਛਾ ਹੰਗਾਰਾ ਮਿਲਿਆ ਹੈ। ਉਹ ਸਾਥੀ ਵੀ ਆਏ ਨੇ। ਅਸੀਂ ਸਮਝਦੇ ਹਾਂ ਕਿ ਕੱਲ 8 ਜਨਵਰੀ ਸੀ। ਸਾਨੂੰ ਉਮੀਦ ਨਹੀਂ ਸੀ ਲੱਗ ਰਹੀ ਕਿ ਕੱਲ ਵੀ ਸਰਕਾਰ ਮੰਨੇਗੀ, ਤਾਂ ਉਹਦਾ ਰੁਖ ਸਾਹਮਣੇ ਦਿਖ ਗਿਆ ਹੈ। ਲੇਕਿਨ ਕਿਸਾਨੀ ਮੋਰਚਾ ਜਿਹੜਾ ਪੂਰਾ ਬਣਿਆ ਹੋਇਆ ਜੁਆਇੰਟ ਕਮੇਟੀ, ਇਹਨਾਂ ਨੇ ਬਹੁਤ ਹੀ ਤਹੱਮਲ ਦੇ ਨਾਲ, ਬਹੁਤ ਹੀ ਹਿੰਮਤ ਦੇ ਨਾਲ, ਬਹੁਤ ਹੀ ਸੂਝਵਾਨ ਤਰੀਕੇ ਦੇ ਨਾਲ ਸਰਕਾਰ ਨੂੰ ਸਿੱਧਾ ਜਵਾਬ ਦੇ ਦਿੱਤਾ ਕਿ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਸੁਪਰੀਮ ਕੋਰਟ ਦੀ ਮੰਨ ਲਓ, ਸਾਡੀ ਮੰਨ ਲਓ, ਇਹ ਸਭ ਨਹੀਂ ਹੈ। ਸਾਡੀ ਗੱਲਾਂ ਬਿਲਕੁਲ ਸਾਫ਼ ਨੇ। ਤੁਸੀਂ ਇਹ ਕਾਨੂੰਨ ਵਾਪਸ ਲਓ। ਤੁਹਾਨੂੰ ਖੇਤੀ ਦੇ ਸਿਲਸਿਲੇ 'ਚ ਕੋਈ ਰਿਫਾਰਮ ਚਾਹੀਦੇ ਹੈ ਤੇ ਕਿਸਾਨਾਂ ਦੇ ਨਾਲ ਬੈਠ ਕੇ ਜਿਹੜੇ ਨਵੇਂ ਕਾਨੂੰਨ ਬਣਾਏ ਜਾ ਸਕਦੇ ਨੇ ਉਹ ਸਾਡੇ ਨਾਲ ਬਹਿ ਕੇ ਬਣਾਓ। ਸਾਡੀ ਫਸਲ ਦੀ ਕੀਮਤ ਅਸੀਂ ਤੈਅ ਕਰੀਏ, ਉਹ ਸਾਨੂੰ ਦਿਵਾਉਣ ਦੀ ਕਾਨੂੰਨ ਬਣਾਓ ਔਰ ਇਹ ਜਿਹੜਾ ਬਿਜਲੀ ਦਾ ਕਾਨੂੰਨ ਲਿਆਏ ਉਹਨੂੰ ਵਾਪਸ ਲਓ। ਤੇ ਗੱਲ ਬਹੁਤ ਸਿੱਧੀ ਹੈ ਤੇ ਜਿਹੜੀ ਬॉल ਹੈ ਨਾ ਉਹ ਸਰਕਾਰ ਦੇ ਪਾਲੇ 'ਚ ਹੈ ਔਰ ਸਰਕਾਰ ਦੇ ਪਾਲੇ 'ਚ ਬॉल ਹੈ ਔਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਇੱਧਰ ਸੁੱਟਣ ਦੀ, ਪਰ ਸਿੱਧੇ ਤਰੀਕੇ ਦੇ ਨਾਲ ਨਹੀਂ, ਇਲਜ਼ਾਮ ਲਾ ਕੇ, ਕਦੀ ਖਾਲਿਸਤਾਨੀ ਕਹਿ ਕੇ, ਕਦੀ ਆਤੰਕੀ ਕਹਿ ਕੇ, ਕਦੀ ਕਹਿ ਕੇ ਕਿ ਲੋਕਾਂ ਨੂੰ ਖਰੀਦ ਕੇ ਲਗਾਇਆ, ਕਦੀ ਸਾਡੇ ਲੰਗਰ ਦਾ ਮਜ਼ਾਕ ਉਡਾ ਕੇ, ਸਭ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਹੈ। ਇਹਨਾਂ ਨੇ ਤਾਂ ਆਪਣੇ ਸੋ ਕਾਲਡ ਕੁਝ ਕ੍ਰਿਤਰਿਮ ਜਿਹਨੂੰ ਕਹਿੰਦੇ ਨੇ ਨਾ, ਆਰਟੀਫਿਸ਼ਲ ਕਿਸਾਨਾਂ ਦੀ ਜਥੇਬੰਦੀਆਂ ਦਿਖਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਅਸੀਂ ਸਮਝਦੇ ਹਾਂ, ਏਟਕ ਵੱਲੋਂ ਖਾਸ ਕਰਕੇ ਮੈਂ ਕਹਿਣਾ ਚਾਹੁੰਦੀ ਹਾਂ, ਹਿੰਦੁਸਤਾਨ ਦੇ ਆਜ਼ਾਦੀ ਦੇ ਅੰਦੋਲਨ ਵਿੱਚ ਏਟਕ ਨੇ 1920 'ਚ ਬਣਨ ਦੇ ਬਾਅਦ ਬਹੁਤ ਹੀ ਨਿੱਘਾ ਰੋਲ ਅਦਾ ਕੀਤਾ ਔਰ ਕਿਸਾਨਾਂ ਔਰ ਮਜ਼ਦੂਰਾਂ ਦੀ ਬਹੁਤ ਜ਼ਬਰਦਸਤ ਏਕਤਾ ਦੇ ਨਾਲ ਅੰਗਰੇਜ਼ਾਂ ਨੂੰ ਚੁਣੌਤੀ ਦਿੱਤੀ ਸੀ। ਅੱਜ ਆਜ਼ਾਦ ਹਿੰਦੁਸਤਾਨ 'ਚ ਮੋਦੀ ਦੀਆਂ ਨੀਤੀਆਂ ਸਾਡੇ ਦੇਸ਼ ਨੂੰ ਉਸੇ ਅੰਗਰੇਜ਼ੀ ਰਾਜ ਵੱਲ ਧੱਕਣਾ ਚਾਹੁੰਦੀਆਂ ਨੇ। ਮਜ਼ਦੂਰਾਂ ਔਰ ਕਿਸਾਨਾਂ ਦੀ ਔਰ ਆਮ ਜਨਤਾ ਦੀ ਉਹੀ ਹਾਲਤ ਕਰਨਾ ਚਾਹੁੰਦੀਆਂ ਨੇ ਤੇ ਅੱਜ ਫਿਰ ਮਜ਼ਦੂਰ ਔਰ ਕਿਸਾਨ ਦੀ ਏਕਤਾ ਉੱਭਰ ਕੇ ਸਾਹਮਣੇ ਆਈ ਹੈ। ਇਤਿਹਾਸ ਸਾਨੂੰ ਘੁਮਾ ਕੇ ਇਸ ਮੋੜ ਤੇ ਲਿਆਇਆ ਹੈ ਕਿ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਦਲਾਲੀ ਕੀਤੀ ਉਹ ਹਿੰਦੁਸਤਾਨ ਨੂੰ ਅੱਜ ਪਿਛਾਂਹ ਸੁੱਟਣਾ ਚਾਹੁੰਦੇ ਹੈ ਤੇ ਸਾਡੇ ਪੁਰਖਿਆਂ ਨੇ ਅੰਗਰੇਜ਼ਾਂ ਦੇ ਨਾਲ ਲੜਾਈ ਲੜੀ ਤੇ ਅੱਜ ਅਸੀਂ ਇਕੱਠੇ ਹੋ ਕੇ ਇਸ ਸਰਕਾਰ ਨੂੰ ਚੁਣੌਤੀ ਦੇ ਰਹੇ ਹਾਂ ਤੇ ਇਹ ਏਕਤਾ ਜ਼ਾਹਿਰ ਕਰਨ ਵਾਸਤੇ ਅਸੀਂ ਇੱਥੇ ਆਏ ਹਾਂ ਔਰ ਇਹ ਲਗਾਤਾਰ ਜਾਰੀ ਰਹੇਗਾ ਪੂਰੇ ਦੇਸ਼। ਜਾਂਦੇ ਜਾਂਦੇ ਇੱਕ ਸਵਾਲ ਲੈ ਲੈਂਦੇ ਆ ਜੀ ਹੋਰ, ਜਿਵੇਂ ਕਿ 15 ਜਨਵਰੀ ਮਿਤੀ ਤੈਅ ਕੀਤੀ ਆ, ਉਹਦੇ ਵਿੱਚ ਵੀ ਕੇਂਦਰ ਦੀ ਇੱਕ ਰਣਨੀਤੀ ਆ ਕਿਉਂਕਿ 11 ਜਨਵਰੀ ਨੂੰ ਸੁਪਰੀਮ ਕੋਰਟ ਦੀ ਸੁਣਵਾਈ ਹੈ। ਕਿਵੇਂ ਵੇਖਦੇ ਆ ਇਹਨਾਂ ਰਣਨੀਤੀਆਂ ਨੂੰ? ਦੇਖੋ, ਕਿਸਾਨ ਜਥੇਬੰਦੀਆਂ ਨਹੀਂ ਗਈਆਂ ਸੁਪਰੀਮ ਕੋਰਟ। ਇਹ ਇੰਨਾ ਹੀ ਸਰਕਾਰੀ ਜਿਹੜੀਆਂ ਸੋ ਕਾਲਡ ਜਥੇਬੰਦੀਆਂ ਉਹਨਾਂ ਰਾਹੀਂ ਜਾਣ-ਬੁੱਝ ਕੇ ਸੁਪਰੀਮ ਕੋਰਟ 'ਚ ਕੇਸ ਕੀਤਾ ਗਿਆ। ਉਹ ਕੇਸ ਇਸੇ ਵਾਸਤੇ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਰਾਹੀਂ ਇਹਨਾਂ ਨੂੰ ਆਰਡਰ ਕਰਾਇਆ ਜਾਏ ਕਿ ਤੁਸੀਂ ਹਾਈਵੇਜ਼ ਖਾਲੀ ਕਰ ਦਿਓ। ਇਹਨਾਂ ਨੇ ਇਹ ਵੀ ਪ੍ਰਚਾਰਿਆ ਕਿ ਦਿੱਲੀ 'ਚ ਕੋਈ ਸਪਲਾਈ ਨਹੀਂ ਹੋ ਰਹੀ, ਜਿਹੜੀ ਜਿੱਥੇ ਬਾਰਡਰ ਤੇ ਬੈਠੇ ਨੇ ਉੱਥੋਂ ਦੀ ਜਨਤਾ ਨੂੰ ਬੜੀ ਤਕਲੀਫ ਹੈ। ਸਰਾਸਰ ਝੂਠ। ਮੈਂ ਦੇਸ਼ ਦੇ ਵਾਸੀਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ, ਸਿਰਫ ਹਾਈਵੇਜ਼ ਦੇ ਉੱਤੇ ਮੋਰਚੇ ਲੱਗੇ ਨੇ, ਜਿੰਨੀਆਂ ਆਰਟਰੀਜ਼ ਨੇ ਉਹ ਸਾਰੀਆਂ ਖੁੱਲੀਆਂ ਨੇ। ਉਹਨਾਂ ਆਰਟਰੀਜ਼ ਦੇ ਰਾਹੀਂ ਹਿੰਦੁਸਤਾਨ ਦਾ ਕੋਈ ਵੀ ਆਦਮੀ ਦਿੱਲੀ ਤੋਂ ਕਿਸੇ ਵੀ ਕੋਨੇ ਤੱਕ ਹਰਿਆਣਾ, ਪੰਜਾਬ, ਕਸ਼ਮੀਰ, ਹਿਮਾਚਲ ਪਹੁੰਚ ਸਕਦਾ ਹੈ ਔਰ ਇਸੇ ਤਰੀਕੇ ਨਾਲ ਜਿਹੜਾ ਉਧਰੋਂ ਆਂਦਾ ਉਹਨਾਂ ਆਰਟਰੀਜ਼ ਦੇ ਰਾਹੀਂ ਵਾਪਿਸ ਆ ਸਕਦਾ ਹੈ। ਜੋ ਇਮਦਾਦ ਦਿੱਲੀ ਨੂੰ ਚਾਹੀਦੀ ਹੈ ਸਮਾਨ ਦੀ, ਉਹਨਾਂ ਵਾਸਤੇ ਦੂਜੇ ਰਸਤੇ ਖੁੱਲੇ ਨੇ, ਉਹ ਪੂਰਾ ਕਰ ਰਹੇ ਨੇ।
ਇਹ ਸਰਕਾਰ ਸਮਝਦੀ ਹੈ ਝੂਠ ਦੇ ਦਮ ਤੇ ਇਹਨਾਂ ਨੇ ਕੁਰਸੀ ਹਥਿਆਈ, ਲੋਕਾਂ ਨੂੰ ਲਾਲਚ ਦੇ ਕੇ 15 ਲੱਖ ਰੁਪਏ ਤੁਹਾਡੇ ਅਕਾਊਂਟ 'ਚ ਪੈਣਗੇ, 2 ਕਰੋੜ ਰੋਜ਼ਗਾਰ ਬਣਨਗੇ, ਵਿਦੇਸ਼ 'ਚੋਂ ਸਾਰਾ ਕਾਲਾ ਧਨ ਆ ਜਾਏਗਾ, 100 ਦਿਨ 'ਚ ਮਹਿੰਗਾਈ ਖਤਮ ਹੋ ਜਾਏਗੀ, ਸਾਰਾ ਬੱਲੇ ਹੀ ਬੱਲੇ ਹੋ ਜਾਏਗੀ ਔਰ ਬੜਾ ਸੋਹਣਾ ਹਿੰਦੁਸਤਾਨ, ਅੱਛੇ ਦਿਨ ਆ ਜਾਣਗੇ। ਇਹਨਾਂ ਨੇ ਝੂਠ ਬੋਲ ਕੇ ਕੁਰਸੀ ਲਈ ਔਰ ਫਿਰ ਝੂਠ ਬੋਲ ਕੇ ਹੀ ਦੁਬਾਰਾ ਕੁਰਸੀ ਲਈ ਔਰ ਹੁਣ ਫਿਰ ਉਹ ਸਮਝਦੇ ਨੇ ਕਿ ਝੂਠ ਦੇ ਸਹਾਰੇ ਉਹ ਕਿਸਾਨੀ ਅੰਦੋਲਨ ਨੂੰ ਹਰਾਣਗੇ, ਪਰ ਉਹਨਾਂ ਦਾ ਪਾਲਾ ਆਮ ਅੰਦੋਲਨ ਨਾਲ ਨਹੀਂ ਪਿਆ। ਮਿਸਟਰ ਨਰਿੰਦਰ ਮੋਦੀ ਔਰ ਤੁਹਾਡੀ ਸਰਕਾਰ, ਸੁਣ ਲਓ ਮੇਰੇ ਕੋਲੋਂ ਇਹ ਗੱਲ, ਤੁਹਾਡਾ ਪਾਲਾ ਆਮ ਅੰਦੋਲਨ ਨਾਲ ਨਹੀਂ ਪਿਆ, ਤੁਹਾਡਾ ਪਾਲਾ ਉਹਨਾਂ ਨਾਲ ਪਿਆ ਹੈ ਜਿਨ੍ਹਾਂ ਦੀ ਪਹਿਲੇ ਪੁਰਖਿਆਂ ਨੇ ਅੰਗਰੇਜ਼ਾਂ ਦੀ ਇੱਟ ਨਾਲ ਇੱਟ ਵਜਾਈ ਸੀ। ਆਜ਼ਾਦ ਹਿੰਦੁਸਤਾਨ ਨੂੰ ਬਣਾਉਣ ਵਾਸਤੇ ਪੂਰੇ ਹਿੰਦੁਸਤਾਨ ਨੂੰ ਖਵਾਉਣ ਦਾ ਇੰਤਜ਼ਾਮ ਕੀਤਾ ਸੀ। ਤੁਹਾਡਾ ਉਹਨਾਂ ਨਾਲ ਟੱਕਰਾ ਹੋਇਆ ਹੈ ਔਰ ਇਹ ਟੱਕਰਾ ਬਹੁਤ ਮਹਿੰਗਾ ਪਏਗਾ। ਤੁਸੀਂ ਕੁਝ ਨਹੀਂ ਕਰ ਪਾਏ, ਕੋਸ਼ਿਸ਼ ਕੀਤੀ। ਮੈਨੂੰ ਬਹੁਤ ਇਸ ਗੱਲ ਦੀ ਸ਼ਰਮ ਹੈ ਕਿ ਸੁਪਰੀਮ ਕੋਰਟ ਦੇ ਉੱਚੇ ਅਦਾਰੇ ਤੇ ਬੈਠੇ ਹੋਏ ਇੱਕ ਸੱਜਣ ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਦੀ, ਉਹਨਾਂ ਨੇ ਤਬਲੀਗੀਆਂ ਦੇ ਨਾਲ ਕਿਸਾਨ ਅੰਦੋਲਨ ਨੂੰ ਕੰਪੇਅਰ ਕਰਨ ਦੀ ਕੋਸ਼ਿਸ਼ ਕੀਤੀ ਔਰ ਬਹਾਨਾ ਕੀ ਬਣਾਇਆ ਕਿ ਕਰੋਨਾ ਫੈਲੇਗਾ। ਅਸੀਂ ਕਹਿਣਾ ਚਾਹੁੰਦੇ ਹਾਂ ਸਿੱਧਾ, ਜਦੋਂ ਤੁਸੀਂ ਆਪਣਾ ਝੂਠ ਫੈਲਾਉਣ ਲਈ ਰੈਲੀਆਂ ਕਰਦੇ ਹੋ, ਚੁਣਾਵਾਂ ਲਈ ਰੈਲੀਆਂ ਕਰਦੇ ਹੋ, ਤੁਹਾਨੂੰ ਕਰੋਨਾ ਕੋਈ ਦਿਖਾਈ ਨਹੀਂ ਦਿੰਦਾ ਤੇ ਕਰੋਨਾ ਤੁਹਾਡੀ ਜਿਹੜੀ ਇਹ ਕਾਲੇ ਕਾਨੂੰਨ ਲਿਆਣਾ ਹੈ ਉਹ ਕਰੋਨਾ ਤੋਂ ਵੀ ਵੱਧ ਹੈ। ਇਹ ਮਜ਼ਦੂਰਾਂ ਦੇ ਕਾਨੂੰਨ ਲਿਆਣਾ ਇਹ ਕਰੋਨਾ ਤੋਂ ਵੀ ਵੱਧ ਹੈ ਤੇ ਇਸ ਵਾਸਤੇ ਮਜ਼ਦੂਰ ਔਰ ਕਿਸਾਨ ਨੂੰ ਇਹ ਲੱਗ ਰਿਹਾ ਹੈ ਕਿ ਜੇ ਤੁਸੀਂ ਸਮਝਦੇ ਹੋ ਕਿ ਤੁਸੀਂ ਸਾਨੂੰ ਕੁੱਟ ਸਕਦੇ ਹੋ, ਮਾਰ ਸਕਦੇ ਹੋ, ਪਿੱਛੇ ਤੱਕ ਸਕਦੇ ਹੋ, ਇਹ ਪੋਸੀਬਲ ਨਹੀਂ ਹੈ। ਇਸ ਵਾਸਤੇ ਮਿਸਟਰ ਨਰਿੰਦਰ ਮੋਦੀ ਨੂੰ ਮੈਂ ਕਹਾਂਗੀ, ਆਪਣੀ ਢੀਠਤਾ ਔਰ ਜਿੱਦ ਨੂੰ ਛੱਡੋ, ਇਹਨਾਂ ਕਾਨੂੰਨਾਂ ਨੂੰ ਵਾਪਸ ਲਾਓ ਔਰ ਹਿੰਦੁਸਤਾਨ ਦੇ ਕਿਸਾਨਾਂ ਦੀ ਮੰਗ ਹੈ, ਪੰਜਾਬ ਦੀ ਲੀਡ ਹੈ, ਲੇਕਿਨ ਪੂਰੇ ਦੇਸ਼ ਦਾ ਕਿਸਾਨ ਸਾਰਾ ਇਕੱਠਾ ਹੈ ਔਰ ਉਹਦੇ ਨਾਲ ਅਸੀਂ ਮਜ਼ਦੂਰ ਸੰਗਠਨ ਇਕੱਠੇ ਹਾਂ। ਸਾਡਾ ਸੰਦੇਸ਼ਾ ਇਹ ਹੈ ਕਿ ਇੱਥੋਂ ਜਿੱਤ ਕੇ ਹੀ ਨਿਕਲਣਗੇ, ਹਾਰ ਦੀ ਕੋਈ ਗੁੰਜਾਇਸ਼ ਨਹੀਂ ਹੈ। ਇਹ ਸਨ ਅਮਰਜੀਤ ਕੌਰ, ਜਨਰਲ ਸਕੱਤਰ ਭਾਰਤ ਏਟਕ ਦੇ। ਉਹਨਾਂ ਨੇ ਆਪਣੇ ਵਡਮੁੱਲੇ ਵਿਚਾਰ ਰੱਖੇ ਹਨ।